ਮੈਂਡੀ ਸਾਡੇ ਨਾਲ ਵੀਡੀਓ ਕਾਲ ਦੇ ਰਾਹੀਂ ਜੁੜ ਚੁੱਕੇ ਨੇ। ਮੈਂਡੀ ਜੀ ਆਇਆਂ ਨੂੰ ਤੇ ਬਿਲੇਟਡ ਹੈਪੀ ਬਰਥਡੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਨੇ ਮੈਂਡੀ? ਮੈਨੂੰ ਲੱਗਦਾ ਹੈ ਕਿ ਇਹ ਜਨਮ ਦਿਨ ਬਾਕੀਆਂ ਨਾਲੋਂ ਅੱਡ ਵੀ ਹੋਵੇਗਾ ਤੇ ਤੁਹਾਨੂੰ ਜ਼ਿੰਦਗੀ ਭਰ ਯਾਦ ਵੀ ਰਹੇਗਾ। ਕਿਵੇਂ ਦੀ ਰਹੀ ਸੈਲੀਬ੍ਰੇਸ਼ਨ ਤੇ? ਠੀਕ ਸੀ, ਇਟ ਵਾਜ਼ ਓਕੇ। ਫੈਮਿਲੀ ਦੀ ਬਹੁਤ ਯਾਦ ਆਈ ਐਂਡ ਆਈ ਥਿੰਕ ਨੋਰਮਲ ਲਾਈਫ ਦੀ ਬਹੁਤ ਕਮੀ ਮਹਿਸੂਸ ਹੋਈ ਕਿ ਆਪਾਂ ਕਿੰਨਾ ਫॉर ਗ੍ਰਾਂਟਡ ਲੈ ਲੈਂਦੇ ਹਾਂ ਕਿ ਆਪਾਂ ਚਲੋ ਜਨਮ ਦਿਨ ਹੈ, ਰੈਸਟੋਰੈਂਟ ਚੱਲੀਏ ਜਾਂ ਕੁਝ ਕਰੀਏ। ਸੋ ਯਾ ਮਹਿਸੂਸ ਤਾਂ ਹੋ ਰਿਹਾ। ਆਈ ਮੀਨ ਇਟਸ ਓਕੇ। ਮੋਰ ਇੰਪੋਰਟੈਂਟਲੀ ਜੋ ਐਕਚੁਅਲੀ ਦੁਨੀਆ ਵਿੱਚ ਹੋ ਰਿਹਾ, ਜੋ ਪੈਂਡੈਮਿਕ ਹੈ, ਜੋ ਕਿੰਨੇ ਕੇਸਿਸ ਹੋ ਗਏ ਨੇ ਵਰਲਡ ਵਾਈਡ, ਉਹ ਮੈਨੂੰ ਲਾਈਕ ਨੋਰਮਲ ਚੀਜ਼ਾਂ ਨਾਲੋਂ ਜ਼ਿਆਦਾ ਹਿੱਟ ਕਰ ਰਿਹਾ ਹੈ ਕਿ ਲਾਈਕ ਓ ਮਾਈ ਗॉड, ਲਾਈਕ ਇਟਸ ਰੀਲੀ ਸ਼ੌਕਿੰਗ ਕਿ ਆਪਾਂ ਆਪਣੀ ਲਾਈਫ ਟਾਈਮ ਵਿੱਚ ਕੁਝ ਇੱਦਾਂ ਦਾ ਦੇਖ ਰਹੇ ਹਾਂ। ਤੇ ਮੈਂਡੀ ਤੁਹਾਡੇ ਫੈਨ ਖਾਸ ਤੌਰ ਤੇ ਜਾਣਨਾ ਜ਼ਰੂਰ ਚਾਹ ਰਹੇ ਨੇ ਕਿ ਤੁਸੀਂ ਯੂਕੇ ਵਿੱਚ ਹੋ ਜਾਂ ਤੁਸੀਂ ਇੱਥੇ ਪੰਜਾਬ ਇੰਡੀਆ ਦੇ ਵਿੱਚ ਹੀ ਹੋ? ਮੈਂ ਪੰਜਾਬ 'ਚ ਹੀ ਹਾਂ। ਮੈਂ ਐਕਚੁਅਲੀ ਰੀਸੈਂਟਲੀ ਬੰਬੇ ਤੋਂ ਸ਼ਿਫਟ ਕੀਤਾ ਪੰਜਾਬ ਐਂਡ ਅਜੇ ਤਾਂ ਮੈਂ ਮਤਲਬ ਘਰ ਪ੍ਰੋਪਰ ਜਿੱਦਾਂ ਸੈੱਟ ਵੀ ਨਹੀਂ ਕੀਤਾ ਸੈੱਟ ਐਂਡ ਇੱਕਦਮ ਹੋ ਗਿਆ। ਸੋ ਇਟ ਵਾਜ਼ ਲਾਈਕ ਅਜੀਬ ਜਿਹਾ ਮਹਿਸੂਸ ਹੋ ਰਿਹਾ। ਤੇ ਤੁਸੀਂ ਘਰਦਿਆਂ ਨਾਲ ਇਨ ਟੱਚ ਹੋਵੋਗੇ, ਉਹ ਯੂਕੇ ਦੇ ਵਿੱਚ ਹੋਣਗੇ, ਉਹ ਸਾਰੇ ਠੀਕ ਠਾਕ ਨੇ? ਹਾਂਜੀ। ਘਰਦਿਆਂ ਨਾਲ ਗੱਲ ਹੋਈ ਤੁਹਾਡੀ? ਹਾਂਜੀ, ਥੈਂਕ ਯੂ। ਸਾਰੇ ਠੀਕ ਠਾਕ ਨੇ। ਮਮ ਕਹਿ ਰਹੇ ਸੀ ਕਿ ਕਾਸ਼ ਤੂੰ ਇੱਥੇ ਹੁੰਦੀ ਐ। ਮੈਂ ਵੀ ਸੋਚ ਰਹੀ ਸੀ ਕਿ ਕਾਸ਼ ਜਦੋਂ, ਕਿਉਂਕਿ ਸੋਚਿਆ ਨਹੀਂ ਸੀ ਕਿ ਇੰਨਾ ਲੰਬਾ ਟਾਈਮ ਜਾਣਾ ਹੈ। ਸੋ ਸੋਚਿਆ ਸੀ ਕਿ ਇੱਕ ਹਫਤਾ ਹੋਵੇਗਾ ਫਿਰ ਠੀਕ ਹੋ ਜਾਏਗਾ। ਐਂਡ ਹੁਣ ਮੈਨੂੰ ਥੋੜ੍ਹਾ ਜਿਹਾ ਪਛਤਾਵਾ ਹੈ ਕਿ ਜਦੋਂ 에ਅਰਪੋਰਟਸ ਖੁੱਲ੍ਹੇ ਸੀਗੇ, ਕਾਸ਼ ਮੈਂ ਉਦੋਂ ਘਰ ਜਾ ਆਉਂਦੀ। ਆਈ ਥਿੰਕ ਜਦੋਂ ਸਾਰਾ ਬੈਕ ਟੂ ਨੋਰਮਲ ਹੋਵੇਗਾ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹਫਤਾ ਘਰ ਜਾਵਾਂਗੀ, ਫਿਰ ਉਸ ਤੋਂ ਬਾਅਦ ਆ ਕੇ ਕੰਮ ਸ਼ੁਰੂ ਕਰਾਂਗੀ। ਤੇ ਇਸ ਦੌਰਾਨ ਮੈਂਡੀ ਨਾਲੇ ਤੁਹਾਨੂੰ ਇਸ ਲਈ ਵੀ ਮੁਬਾਰਕਬਾਦ ਹੈ ਕਿ 10 ਸਾਲ ਤੁਹਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਪੂਰੇ ਹੋਏ ਨੇ। ਹਾਂਜੀ। ਇਹ ਜਿਹੜਾ ਮੌਕਾ ਹੈ ਉਹਦੇ ਵਿੱਚ ਅਸੀਂ ਬਹੁਤ ਸਾਰੀ ਪੁਰਾਣੀ ਮੈਮੋਰੀਜ਼ ਵੀ ਰਿਲਿਸ਼ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ। ਤੁਹਾਨੂੰ ਇਹ 10 ਸਾਲਾਂ ਦਾ ਕੀ ਕੁਝ ਯਾਦ ਆਉਂਦਾ ਹੈ? ਕਿਵੇਂ ਮੈਂਡੀ ਜੋ ਹੈ ਉਹ ਫਿਲਮ ਇੰਡਸਟਰੀ ਵਾਲਾ ਹੈ, ਕਿਵੇਂ ਸੋਚਿਆ ਕਿ ਹਾਂ ਮੈਨੂੰ ਇਸ ਫੀਲਡ ਦੇ ਵਿੱਚ ਜਾਣਾ ਚਾਹੀਦਾ? ਮੈਂ ਬਚਪਨ ਤੋਂ ਹੀ ਐਕਟਰਸ ਬਣਨਾ ਚਾਹੁੰਦੀ ਸੀ। ਉਹ ਮੇਰੇ ਦਿਮਾਗ ਵਿੱਚ, ਜ਼ਹਿਨ ਵਿੱਚ ਹਮੇਸ਼ਾ ਸੀ। ਤਾਂ ਇਹਦਾ ਕੋਈ ਡਾਊਟ ਨਹੀਂ ਸੀ। ਮੈਂ ਹਮੇਸ਼ਾ ਸੋਚਿਆ ਸੀ ਕਿ ਹਾਂ ਮੈਂ ਐਕਟਰਸ ਬਣਨਾ ਚਾਹੁੰਦੀ ਹਾਂ ਅਤੇ ਐਕਟਰਸ ਹੀ ਬਣਾਂਗੀ। ਮੈਂ ਇੱਕ ਹੈਰ ਸ਼ੈਂਪੂ ਦੀ ਐਡ ਲਈ ਇੱਕ ਆਡੀਸ਼ਨ ਦਿੱਤਾ ਸੀ ਅਤੇ ਉਹਨਾਂ ਨੇ ਪੁੱਛਿਆ ਸੀ ਤੁਸੀਂ ਪੰਜਾਬੀ ਹੋ, ਪੰਜਾਬੀ ਬੋਲ ਸਕਦੇ ਹੋ? ਮੈਂ ਕਿਹਾ ਹਾਂਜੀ ਹਾਂਜੀ। ਪੰਜਾਬੀ ਮੂਵੀ ਕਰਨਾ ਚਾਹੋਗੇ? ਮੈਂ ਕਿਹਾ ਹਾਂਜੀ, ਆਫ ਕੋਰਸ, ਵਾਈ ਨਾਟ। ਐਂਡ ਉਦੋਂ ਫਿਰ ਮੈਂ ਮੇਰਾ ਆਡੀਸ਼ਨ ਲਿਆ ਸੀਗਾ ਉੱਥੇ ਬੰਬੇ ਹੀ, ਏਕਮ ਵਾਸਤੇ। ਐਂਡ ਦੈਨ ਫਿਰ 2 ਕੁ ਦਿਨ ਬਾਅਦ ਮੈਨੂੰ ਕਾਲ ਆਇਆ ਕਿ ਤੁਸੀਂ ਪੰਜਾਬੀ ਮੂਵੀ ਕਰ ਰਹੇ ਹੋ ਏਕਮ, ਬੱਬੂ ਮਾਨ ਜੀ ਦੇ ਨਾਲ। ਤੇ ਇਸ ਦੌਰਾਨ ਉਹ ਕਿਹੜੀ ਫਿਲਮ ਸੀ ਜਾਂ ਉਹ ਕਿਹੜਾ ਕਿਰਦਾਰ ਰਿਹਾ ਇਹਨਾਂ 10 ਸਾਲਾਂ ਦੇ ਦੌਰਾਨ ਜਿਨ੍ਹਾਂ ਨੇ ਤੁਹਾਨੂੰ ਉਹ ਕੌਨਫੀਡੈਂਸ ਦਿੱਤਾ ਕਿ ਹਾਂ ਹੁਣ ਮੈਂ ਇਸ ਨੂੰ ਬਹੁਤ ਹੀ ਸੀਰੀਅਸਲੀ ਵੀ ਅੱਗੇ ਪਰਸਿਊ ਕਰਨਾ ਹੈ ਤੇ ਪਲੱਸ ਮੈਨੂੰ ਕੌਨਫੀਡੈਂਸ ਆ ਰਿਹਾ ਕਿ ਯੈਸ ਆਈ ਕੈਨ ਪਰਫਾਰਮ ਟੂ ਦ ਬੈਸਟ ਆਈ ਕੈਨ? ਸੀਰੀਅਸਲੀ ਪਰਸੂ ਕਰਨਾ ਤਾਂ ਮੈਂ ਪਹਿਲਾਂ ਤੋਂ ਹੀ ਸੋਚਿਆ ਸੀ। ਇੱਦਾਂ ਕਦੇ ਵੀ ਨਹੀਂ ਸੀ ਕਿ ਮੈਂ ਚਲੋ ਟਰਾਈ ਕਰ ਲੈਂਦੀ ਹਾਂ। ਮੈਂ ਇੱਦਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਸਕਸੈਸਫੁਲ ਨਹੀਂ ਹੋਵਾਂਗੀ। ਸੋ ਉਹ ਤਾਂ ਆਪਸ਼ਨ ਹੀ ਨਹੀਂ ਸੀ, ਨਾ ਸੀਰੀਅਸ ਲੈਣਾ ਆਪਸ਼ਨ ਨਹੀਂ ਸੀ। ਐਂਡ ਆਈ ਵੁੱਡ ਸੇ ਕਿ ਜਦੋਂ ਮੈਂ ਮਿਰਜ਼ਾ ਕੀਤੀ ਸੀ ਫਿਲਮ, ਉਦੋਂ ਮੈਂ ਏਕਮ ਨਾਲੋਂ, ਮਿਰਜ਼ਾ ਮੇਰੀ ਸੈਕਿੰਡ ਫਿਲਮ ਸੀ। ਸੋ ਜਦੋਂ ਮਿਰਜ਼ਾ ਲਈ ਮੈਂ ਬੈਸਟ ਐਕਟਰੈਸ ਲਈ PTC ਬੈਸਟ ਐਕਟਰੈਸ ਲਈ ਨੋਮੀਨੇਟ ਹੋਈ ਸੀ, ਉਦੋਂ ਮੈਂ ਥੋੜ੍ਹੀ ਜਿਹੀ ਹੋਰ ਕੌਨਫੀਡੈਂਟ ਹੋ ਗਈ ਸੀ ਕਿ ਮੇਰੀ ਦੂਜੀ ਫਿਲਮ ਹੈ ਅਤੇ ਪਹਿਲੀ ਫਿਲਮ 'ਚ ਮੈਂ ਕਿੰਨੀ ਨਰਵਸ ਸੀ। ਸੈਕਿੰਡ ਫਿਲਮ ਲਈ ਸਿੱਧਾ ਨੋਮੀਨੇਸ਼ਨ ਮਿਲ ਗਿਆ। ਐਂਡ ਉਹ ਤੁਹਾਨੂੰ ਇੱਕ ਹੋਰ ਥੋੜ੍ਹਾ ਜਿਹਾ ਤੁਸੀਂ ਮਹਿਸੂਸ ਕਰਨ ਲੱਗਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਕਿ ਮੈਂ ਕੁਝ ਵਧੀਆ ਕੀਤਾ ਹੋਣਾ ਹੈ ਤਾਂ ਹੀ ਨੋਮੀਨੇਸ਼ਨ ਮਿਲਿਆ। ਉਹ ਤੁਹਾਨੂੰ ਕੌਨਫੀਡੈਂਸ ਦੇ ਦਿੰਦਾ ਹੈ। ਫਿਰ ਉਸ ਤੋਂ ਬਾਅਦ ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਫਿਰ ਅਰਦਾਸ ਜੋ ਮੈਨੂੰ ਬਹੁਤ ਹੀ ਚੈਲੰਜਿੰਗ ਕਿਰਦਾਰ ਲੱਗਿਆ। ਬਿਲਕੁਲ ਪਿੰਡ ਦੀ ਕੁੜੀ ਸੀ ਐਂਡ ਐਟਲੀਸਟ ਏਕਮ ਸ਼ਹਿਰੀ ਸੀ, ਮਿਰਜ਼ਾ ਹੈਗੀ ਕੈਨੇਡਾ ਦੀ ਸੀ। ਤੂੰ ਮੇਰਾ ਬਾਈ ਮੈਂ ਤੇਰਾ ਬਾਈ ਵੀ ਅਗੇਨ ਸ਼ਹਿਰ ਤੋਂ ਕੁੜੀ ਸੀ। ਸੋ ਸਾਰਾ ਉਹ ਮੈਨੇਜ ਹੋ ਗਿਆ ਸੀ। ਇੱਥੇ ਮੈਂਡੀ ਅਰਦਾਸ ਦਾ ਜਿਹੜਾ ਕਿਰਦਾਰ ਦਾ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਮੈਂ ਵੇਖਿਆ ਸੀ ਕਿ ਬਹੁਤ ਸਾਰੀ ਇਹੋ ਜਿਹੀ ਮੂਮੈਂਟਸ ਸੀ ਜਿੱਥੇ ਸਾਇਲੈਂਸ ਨੂੰ ਤੁਸੀਂ ਫਿਲ ਕਰਨਾ ਸੀ। ਉਹਦੇ ਵਿੱਚ ਇੱਕ ਕਲਾਕਾਰ ਦੀ ਅਸਲੀ ਪਰਖ ਜਿਹੜੀ ਇੱਕ ਐਕਟਰ ਦੀ ਪਰਖ ਹੁੰਦੀ ਹੈ ਕਿ ਉਹ ਸਾਇਲੈਂਸ ਨੂੰ ਕਿਵੇਂ ਫਿਲ ਕਰਦਾ ਤੇ ਉਹਦੇ ਉੱਤੇ ਕੰਮ ਕਰਨਾ, ਉਹ ਐਕਸਪ੍ਰੈਸ਼ਨ, ਉਹਦੇ ਵਿੱਚ ਡਾਇਰੈਕਟਰ ਦਾ ਕਿੰਨਾ ਯੋਗਦਾਨ ਰਿਹਾ ਜਾਂ ਪਰਸਨਲ ਐਕਸਰਸਾਈਜ਼ ਜਿਹੜੀ ਸੀ ਤੁਹਾਡੀ ਉਹ ਕਿੰਨੀ ਰਹੀ? ਇੱਕ ਕਲੈਕਟਿਵ ਐਫਰਟ ਹੁੰਦੀ ਆ। ਫੋਰ ਐਗਜ਼ਾਮਪਲ ਕਿ ਇੱਕ ਫਿਲਮ ਜਿੱਦਾਂ ਸ਼ੂਟ ਹੁੰਦੀ ਆ, ਬਣਦੀ ਆ, ਐਡਿਟ ਜਦੋਂ ਹੁੰਦੀ ਆ, ਉਹ 'ਤੇ ਬਹੁਤ ਹੀ
ਜਿਹੜੇ ਸੀਨ ਆ ਉਹਦਾ ਕੀ ਪ੍ਰਭਾਵ ਪੈਂਦਾ ਆ ਇਜ਼ ਆਲਵੇਜ਼ ਔਨ ਦ ਐਡਿਟ ਐਂਡ ਮਿਊਜ਼ਿਕ ਨਾਲ ਕਿੱਦਾਂ ਖੇਲਿਆ ਜਾਂਦਾ ਆ ਸੋ ਮੈਂ ਆਪਣੇ ਵੱਲੋਂ ਕਰ ਸਕਦੀ ਹਾਂ ਕਿ ਕੋਈ ਇਮੋਸ਼ਨ ਹੈ, ਕੋਈ ਵੀ ਇਮੋਸ਼ਨ ਲੈ ਲਓ ਕਿ ਮੈਂ ਆਪਣੇ ਕੋ ਐਕਟਰ ਨੂੰ ਜੋ ਵੀ ਉਸਦਾ ਕਿਰਦਾਰ ਹੈ ਉਹਨੂੰ ਦੇਖ ਕੇ ਕੁਝ ਵੀ ਮਹਿਸੂਸ ਕਰਨਾ ਹੈ, ਮੈਂ ਆਪਣੇ ਵੱਲੋਂ ਕਰ ਸਕਦੀ ਹਾਂ ਜੋ ਮੇਰੀ ਸੈਂਸਿਬਿਲਿਟੀਜ਼ ਹੈ। ਡਾਇਰੈਕਟਰ ਵੀ ਦੱਸ ਸਕਦਾ, ਸਮਝਾ ਸਕਦਾ ਹੈ ਕਿ ਤੁਸੀਂ ਇਸ ਨੂੰ ਇੰਨੀ ਗਹਿਰਾਈ ਤੇ ਲੈ ਕੇ ਜਾਣਾ ਹੈ ਜਾਂ ਫਿਰ ਇਹਨੂੰ ਤੁਸੀਂ ਨੋਰਮਲ ਰੱਖਣਾ ਜਾਂ ਤੁਸੀਂ ਬਹੁਤ ਰੋਣਾ ਹੈ ਜਾਂ ਤੁਸੀਂ ਘੱਟ ਰੋਣਾ ਆ। ਉਸ ਸੀਨ ਨੂੰ ਤੁਸੀਂ ਕਿੱਦਾਂ ਪਿਕਅਪ ਕਰਦੇ ਹੋ ਉਹ ਤੁਹਾਡੀ ਐਜ਼ ਐਨ ਐਕਟਰ ਸੈਂਸਿਬਿਲਿਟੀ ਹੈ। ਸੋ ਲੱਕਲੀ ਮੈਨੂੰ ਇਮੋਸ਼ਨਲ ਰੋਲਸ ਕਾਫੀ ਮਿਲੇ ਨੇ ਐਂਡ ਹਜੇ ਕਾਮੇਡੀ ਮੈਂ ਫੁੱਲੀ ਟਰਾਈ ਨਹੀਂ ਕੀਤੀ। ਸੋ ਆਈ ਥਿੰਕ ਜੇ ਮੈਂ ਕਦੇ ਕਾਮੇਡੀ ਕਰਾਂ ਉਦੋਂ ਪਤਾ ਚੱਲੇਗਾ ਕਿ ਵਾਕਈ ਆਪਾਂ ਸਵਿਚ ਕਰ ਸਕਦੇ ਹਾਂ ਕਿ ਨਹੀਂ ਫਰਮ ਵਨ ਵੇ ਆਫ ਐਕਟਿੰਗ ਟੂ ਅਨਦਰ ਵੇ ਆਫ ਐਕਟਿੰਗ। ਇਹ ਤੁਹਾਨੂੰ ਬਿੰਨੂ ਭਾਜੀ ਦੇ ਨਾਲ ਕੰਮ ਕਰਨ ਦਾ ਮੌਕਾ, ਥੋੜਾ ਜਿਹਾ ਕਾਮੇਡੀ ਕਰਨ ਦਾ ਮੌਕਾ ਵੀ ਮਿਲਿਆ, ਉਹ ਫਿਰ ਥੋੜੇ ਕਾਮੇਡੀ ਦੇ ਕੀੜੇ ਉਹਨਾਂ ਤੋਂ ਉਧਾਰ ਲਿੱਤੇ ਤੁਸੀਂ ਕਿ ਨਹੀਂ? ਉਹ ਵੈਸੇ ਵੀ ਆਪਣੀ ਪਰਸਨਲ ਲਾਈਫ ਵਿੱਚ ਬਹੁਤ ਫਨੀ ਨੇ ਬੈਠੇ ਬੈਠੇ ਤੁਹਾਨੂੰ ਈਵਨ ਇਨ ਬਿਟਵੀਨ ਸ਼ਾਟਸ ਉਹ ਤੁਹਾਨੂੰ ਹਸਾਉਂਦੇ ਰਹਿੰਦੇ ਨੇ ਉਹਨਾਂ ਦਾ ਬੇਸਿਕਲੀ ਕਿਰਦਾਰ ਹੀ ਇੱਦਾਂ ਦਾ ਹੈ, ਬਹੁਤ ਹਸਮੁਖ ਨੇ। ਸੋ ਡੈਫੀਨਿਟਲੀ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਇਕੱਠੇ ਬੈਂਡ ਵਾਜੇ ਇਟ ਵਾਜ਼ ਲਾਈਕ ਕਿ ਵਿੱਚ ਨਾ ਫਿਰ ਤੁਸੀਂ ਨੈਚੁਰਲੀ ਜਦੋਂ ਘੁੱਗੀ ਜੀ ਹੁੰਦੇ ਨੇ ਤੇ ਬੀਨੂ ਜੀ ਹੁੰਦੇ ਨੇ, ਭੱਲਾ ਜੀ ਨੇ, ਤੁਸੀਂ ਨੈਚੁਰਲੀ ਉਹਨਾਂ ਦੇ ਨਾਲ ਨਾ ਮਤਲਬ ਸੋਚਦੇ ਹੋ ਕਿ ਤੁਸੀਂ ਵੀ ਪੰਚ ਮਾਰੋ, ਤੁਸੀਂ ਵੀ ਕੁਝ ਫਨੀ ਕਹੋ। ਮੈਨੂੰ ਹਜੇ ਵੀ ਯਾਦ ਹੈ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਮੈਂ ਸਾਡੇ ਡਾਇਰੈਕਟਰ ਸਾਹਿਬ ਨੂੰ ਕਹਿ ਰਹੀ ਸੀ ਕਿ ਮੈਂ ਵੀ ਕੁਝ ਫਨੀ ਕਹਾਂ, ਮੇਰੀ ਵੀ ਕੋਈ ਫਨੀ ਲਾਈਨ ਤੁਸੀਂ ਐਡ ਕਰ ਦਿਓ, ਉਹ ਤੁਹਾਡੇ ਅੰਦਰ ਆ ਜਾਂਦਾ ਹੈ ਬਿਕੋਜ਼ ਤੁਸੀਂ ਇੰਨਾ ਟਾਈਮ ਉਹਨਾਂ ਨਾਲ ਸਪੈਂਡ ਕਰਦੇ ਹੋ। ਬਟ ਹੀ ਇਜ਼ ਵੈਰੀ ਨਾਈਸ, ਬੀਨੂ ਜੀ ਇਜ਼ ਵੈਰੀ ਫਨੀ ਐਂਡ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ। ਅੱਛਾ, ਇਸ ਲੋਕਡਾਊਨ ਦੇ ਕਾਰਨ ਇਹ ਜੋ ਬਿਪਤਾ ਪੂਰੀ ਦੁਨੀਆ ਦੇ ਵਿੱਚ ਆਈ, ਇਹਦੇ ਕਾਰਨ ਹੁਣ ਤੁਹਾਡੀ ਕਿਹੜੀਆਂ ਫਿਲਮਾਂ ਸੀ ਜਿਹੜੀ ਪਾਈਪਲਾਈਨ 'ਚ ਸੀ, ਜਿਹੜੀਆਂ ਹੁਣ ਰੁਕੀਆਂ ਨੇ? ਜਦੋਂ ਇਹ ਖੁੱਲਦਾ ਹੈ ਕੰਮ, ਸਾਰਾ ਕੁਝ ਨਾਰਮਲ ਹੁੰਦਾ ਤੇ ਅੱਗੇ ਤੁਸੀਂ ਉਸ ਨੂੰ ਪਰਸਿਊ ਕਰੋਗੇ? ਸੀ ਸਾਡੀ ਫਿਲਮ ਟੈਲੀਵਿਜ਼ਨ ਜੋ ਕੁਲਵਿੰਦਰ ਬਿੱਲਾ ਦੇ ਨਾਲ ਹੈ, ਉਹ ਆਲਰੇਡੀ ਅਨਾਉਂਸ ਸੀ, ਉਹ 17 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ। ਸੋ ਉਹ ਕੈਂਸਲ ਹੋਈ ਐਂਡ ਦੈਨ ਯੈਸ ਸਮ ਸਟੂਡੈਂਟ ਉਹ ਵੀ ਰਿਲੀਜ਼ ਹੋਣੀ ਸੀ ਅਪ੍ਰੈਲ ਮਈ ਵਿੱਚ, ਉਹ ਵੀ ਹੁਣ ਇਟਸ ਬੀਨ ਪੋਸਟਪੋਨਡ। ਛੱਲੇ ਮੁੰਦੀਆਂ, ਐਮੀ ਵਿਰਕ, ਅਗੇਨ ਦੈਟਸ ਪੋਸਟਪੋਨਡ ਐਂਡ ਮੇਰਾ ਵਿਆਹ ਕਰਵਾ ਦੋ, ਉਹ ਵੀ ਪੋਸਟਪੋਨਡ ਹੈ। ਸੋ ਦਿਸ 4 ਰਿਲੀਜ਼ਸ ਆਰ ਦੇਅਰ ਐਂਡ ਹੁਣ ਮੈਨੂੰ ਨਹੀਂ ਪਤਾ ਕਿ ਕਿਵੇਂ ਕਰਨਗੇ ਸਾਰੇ, ਕਿ ਬਿਕੋਜ਼ ਓਬਵੀਅਸਲੀ ਬਹੁਤ ਸਾਰੀਆਂ ਫਿਲਮਾਂ ਦੀਆਂ ਡੇਟਸ ਬਹੁਤ ਹੁਣ ਸ਼ਿਫਟ ਹੋ ਗਈਆਂ ਨੇ ਐਂਡ ਆਪਾਂ ਹਜੇ ਕਹਿ ਵੀ ਨਹੀਂ ਸਕਦੇ ਪ੍ਰੋਪਰਲੀ ਕਿ ਕਦੋਂ ਲਾਈਫ ਇਜ਼ ਗੋਇੰ ਟੂ ਬੀ ਬੈਕ ਟੂ ਨਾਰਮਲ। ਮੈਨੂੰ ਲੱਗਦਾ ਕਿ ਲੋਕਡਾਊਨ ਜਦੋਂ ਖੋਲ੍ਹਣਗੇ ਵੀ ਫਿਰ ਵੀ ਇਟਸ ਗੋਇੰ ਟੂ ਬੀ ਅੰਡਰ ਰਿਸਟ੍ਰਿਕਸ਼ਨ। ਸੋ ਥੋੜ੍ਹਾ ਬਹੁਤ ਆਪਾਂ ਨੂੰ ਬਸ ਵੇਟ ਹੀ ਕਰਨਾ ਪੈਣਾ ਹੈ, ਲੈਟਸ ਸੀ ਕਿ ਕਦੋਂ ਸਭ ਬਿਲਕੁਲ ਠੀਕ ਹੋ ਜਾਂਦਾ ਹੈ। ਤੇ ਇਸ ਪੀਰੀਅਡ ਦੌਰਾਨ ਹੁਣ ਜਿਵੇਂ ਤੁਸੀਂ ਘਰਦਿਆਂ ਤੋਂ ਦੂਰ ਹੋ, ਆਪਣੇ ਦੋਸਤਾਂ ਤੋਂ ਦੂਰ ਹੋ, ਆਪਣੇ ਇਲਾਕੇ ਤੋਂ ਦੂਰ ਹੋ, ਹਾਲਾਂਕਿ ਹੋ ਤੁਸੀਂ ਪੰਜਾਬ ਵਿੱਚ ਹੀ, ਤੇ ਇਸ ਦੌਰਾਨ ਕਿਵੇਂ ਆਪਣੇ ਆਪ ਨੂੰ ਸੈਲਫ ਮੋਟੀਵੇਟ ਕਰਦੇ ਹੋ? ਕੀ ਰੂਟੀਨ ਕੀ ਰਹਿੰਦਾ ਤੁਹਾਡਾ? ਸੀ ਓਨੈਸਟਲੀ ਕੁਝ ਦਿਨ ਹੁੰਦੇ ਆ ਮੇਰਾ ਜੀ ਕਰਦਾ ਮੈਂ ਕੁਝ ਵੀ ਨਾ ਕਰਾਂ ਐਂਡ ਇਟਸ ਵੈਰੀ ਲੇਜ਼ੀ ਐਂਡ ਕੁਝ ਦਿਨ ਹੁੰਦੇ ਆ ਕਿ ਮਤਲਬ ਵੇਕ ਅਪ अर्ਲੀ, ਮੋਸਟ ਡੇਜ਼ ਵੈਸੇ ਵੇਕ ਅਪ अर्ਲੀ, ਯੋਗਾ, ਰਨਿੰਗ, ਜੇ ਮਨ ਕੀਤਾ ਕੁਝ ਥੋੜ੍ਹੀ ਬਹੁਤ ਕੁਕਿੰਗ, ਰੀਡਿੰਗ। ਮੈਂ ਆਈ ਥਿੰਕ ਜਦੋਂ ਵੀ ਮੈਂ ਬਹੁਤ ਲੋ ਫੀਲ ਕਰਦੀ ਹਾਂ ਉਦੋਂ ਮੈਂ ਕੋਈ ਨਾ ਕੋਈ ਮੋਟੀਵੇਸ਼ਨਲ ਸਪੀਚ ਸੁਣ ਲੈਂਦੀ ਹਾਂ YouTube 'ਤੇ ਜਾਂ ਕੋਈ ਵੀ ਕਿਸੇ ਵੀ ਐਪ 'ਤੇ ਮੈਡੀਟੇਟ ਕਰ ਲੈਂਦੀ ਹਾਂ ਐਂਡ ਦੈਟ ਕੀਪਸ ਮੀ ਮੋਟੀਵੇਟਿਡ। ਜਾਂ ਕੋਈ ਫਨੀ ਫਿਲਮ ਦੇਖ ਲੈਂਦੀ ਹਾਂ ਬਿਕੋਜ਼ ਆਟੋਮੈਟਿਕਲੀ ਫਿਰ ਤੁਸੀਂ ਥੋੜ੍ਹਾ ਜਿਹਾ ਅਪਲਿਫਟਡ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਸੋ ਦੈਟ ਇਜ਼ ਪ੍ਰੀਟੀ ਮਚ ਇਟ। ਹਾਂਜੀ, ਜਾਣ ਤੋਂ ਪਹਿਲੇ ਮੈਂਡੀ ਤੁਹਾਡੇ ਵੱਲੋਂ ਕੋਈ ਮੋਟੀਵੇਸ਼ਨਲ ਕੋਈ ਮੈਸੇਜ ਜਿਹੜਾ ਹੈ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਵੀ ਆ ਰਹੀਆਂ ਨੇ, ਪਰ ਲੋਕਡਾਊਨ ਜਾਂ ਘਰ ਵਿੱਚ ਰਹਿਣਾ ਆਪਣੀ ਸਿਹਤ ਲਈ, ਆਪਣਿਆਂ ਦੀ ਸਿਹਤ ਲਈ ਜ਼ਰੂਰੀ ਵੀ ਹੈ। ਸੀ ਮੈਂ ਬਸ ਇਹੀ ਕਹਾਂਗੀ ਕਿ ਇਨਸਾਨ ਨੂੰ ਹਮੇਸ਼ਾ ਇੱਦਾਂ ਹੀ ਲੱਗਦਾ ਹੁੰਦਾ ਕਿ ਉਹਦੇ ਨਾਲ ਮਾੜਾ ਹੋ ਰਿਹਾ ਹੈ ਜਾਂ ਉਹ ਬੜੀ ਪ੍ਰੋਬਲਮ ਵਿੱਚ ਹੈ। ਆਈ ਵੁੱਡ ਸੇ ਕਿ ਆਪਾਂ ਆਪਣੀਆਂ ਬਲੈਸਿੰਗਸ ਕਾਊਂਟ ਕਰੀਏ ਕਿ ਆਪਾਂ ਫਿਰ ਵੀ ਆਪਣੇ ਘਰਾਂ ਵਿੱਚ ਹਾਂ, ਆਪਾਂ ਨੂੰ ਖਾਣ ਪੀਣ ਨੂੰ ਮਿਲਦਾ ਹੈ, ਆਪਾਂ ਸੇਫ ਹਾਂ, ਆਪਾਂ ਨੂੰ ਵਾਇਰਸ ਨਹੀਂ ਹੈ, ਆਪਾਂ ਤੰਦਰੁਸਤ ਹਾਂ। ਮੈਂ ਕਦੇ ਹੁਣ ਤਾਂ ਮੈਂ ਇੰਨੀ ਨਿਊਜ਼ ਦੇਖਦੀ ਨਹੀਂ ਹੈਗੀ ਬਿਕੋਜ਼ ਇਟਸ ਵੈਰੀ ਡਿਪਰੈਸਿੰਗ ਟੂ ਸੀ ਕਿ ਕੀ ਹੋ ਰਿਹਾ, ਪਰ ਫਿਰ ਵੀ ਦੇਖਣੀ ਪੈਂਦੀ ਹੈ। ਯੂ ਨੀਡ ਟੂ ਨੋ ਵਾਟਸ ਗੋਇੰਗ ਔਨ। ਸੋ ਮੈਂ ਰੀਸੈਂਟਲੀ ਸਵੇਰੇ ਅੱਜ ਦੇਖ ਰਹੀ ਸੀ ਕਿ ਇੱਕ ਬੰਦਾ ਸੀ ਤੇ ਉਹਦੇ ਕੋਲ ਰਾਈਸ ਸੀਗੇ
ਬਿਗ ਬੈਗ ਆਫ ਰਾਈਸ, ਤੇ ਉਹ ਰਾਸਤੇ ਵਿੱਚ ਉਹ ਗਿਰ ਗਿਆ ਐਂਡ ਹੀ ਲੋਸਟ ਦ ਰਾਈਸ। ਨਾਓ ਉਹਦੀ ਫੋਟੋ ਪਾਈ ਹੋਈ ਸੀ ਕਿ ਉਹ ਰੋ ਰਿਹਾ ਸੀ ਕਿਉਂਕਿ ਉਹਨੂੰ ਵੇਚ ਕੇ ਹੀ ਉਹ ਆਪਣੇ ਪਰਿਵਾਰ ਲਈ 2 ਮੀਲਸ ਦੇ ਪੈਸੇ ਇਕੱਠੇ ਕਰ ਸਕਦਾ। ਬਿਲਕੁਲ, ਜਿਵੇਂ ਕਹਿੰਦੇ ਨੇ ਕਿ ਰੱਬ ਦਾ ਸ਼ੁਕਰ ਕਰੀਦਾ ਹੈ ਕਿਉਂਕਿ ਸ਼ੁਕਰਗੁਜ਼ਾਰੀ ਹੀ ਚੰਗੀ ਹੈ। ਬਹੁਤ ਬਹੁਤ ਤੁਹਾਡਾ ਹਾਂਜੀ। ਧੰਨਵਾਦ ਐਂਡ ਆਲ ਦ ਬੈਸਟ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ।